ਦੇ ਵਿੱਚ ਕੀ ਆਪਾਂ ਕਹਿੰਦੇ ਵੀ ਇਨਫੋਰਮੇਸ਼ਨ ਨੂੰ ਅਸੈਸ ਕਰਨ ਦਾ ਵੇ ਹੈ, ਜਿਸ ਦੇ ਨਾਲ ਆਪਾਂ ਕੀ ਕਰਦੇ ਹਾਂ, ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਦੀ ਆਪਾਂ ਇਨਫੋਰਮੇਸ਼ਨ ਅਸੈਸ ਕਰ ਸਕਦੇ ਹਾਂ। ਇੰਟਰਨੈਟ ਇਜ਼ ਅ ਵਰਲਡ ਵਾਈਡ ਗਲੋਬਲ ਸਿਸਟਮ ਆਫ ਇੰਟਰਕਨੈਕਟਿਡ ਕੰਪਿਊਟਰ ਨੈਟਵਰਕਸ। ਠੀਕ ਹੈ ਨਾ, ਬਹੁਤ ਜ਼ਿਆਦਾ ਕੰਪਿਊਟਰ ਦੇ ਵਰਲਡ ਵਾਈਡ ਆਪਾਂ ਕੰਪਿਊਟਰ ਦੇ ਨੈਟਵਰਕਸ ਨੂੰ ਹੀ ਜੋੜਿਆ ਹੋਇਆ, ਜਿਹਨੂੰ ਜੋੜ ਕੇ ਆਪਣਾ ਕੀ ਬਣਿਆ ਹੋਇਆ, ਨੈਟਵਰਕ ਹੈ, ਇੰਟਰਨੈਟ ਹੈ, TCP/IP ਪ੍ਰੋਟੋਕੋਲ ਯੂਜ਼ ਕਰਦਾ ਹੈ। ਤੁਸੀਂ ਨੈਟਵਰਕਿੰਗ ਦੇ ਵਿੱਚ ਹੋਰ ਡਿਟੇਲ 'ਚ ਪੜ੍ਹੋਗੇ ਇਹਨਾਂ ਨੂੰ। ਠੀਕ ਹੈ ਨਾ, ਜਿੰਨੇ ਵੀ ਕੰਪਿਊਟਰ ਹੈ ਜਿਹੜਾ ਇੰਟਰਨੈਟ ਤੇ ਹੋਣਗੇ, ਕੰਪਿਊਟਰ ਹੈ, ਮੋਬਾਈਲ ਹੈ ਜਾਂ ਕੋਈ ਹੋਰ ਡਿਵਾਈਸਿਸ ਹੈ, ਉਹਨਾਂ ਸਾਰਿਆਂ ਦਾ IP ਐਡਰੈਸ ਹੋਊਗਾ। ਪਰਟੀਕੂਲਰ IP ਐਡਰੈਸ ਦੇ ਨਾਲ ਹੀ ਉਹ ਜੁੜਦੇ ਆ। IP ਐਡਰੈਸ ਤੁਸੀਂ ਸਿੰਪਲੀ ਸਮਝ ਸਕਦੇ ਹੋ ਜਿਵੇਂ ਆਪਣਾ ਮੋਬਾਈਲ ਨੰਬਰ। ਆਪਣੇ ਜਿੰਨੇ ਵੀ ਮੋਬਾਈਲਸ ਹੈ ਉਹ ਕਿਹਦੇ ਥਰੂ ਅਸੈਸੀਬਲ ਹੁੰਦੇ ਆ, ਮੋਬਾਈਲ ਨੰਬਰ ਦੇ ਥਰੂ ਅਸੈਸੀਬਲ ਹੁੰਦੇ ਆ। ਸਿਮਿਲਰਲੀ ਜਿਹੜਾ ਨੈਟਵਰਕ ਤੇ ਜਿਹੜੇ ਕੰਪਿਊਟਰ ਹੈ ਉਹ IP ਐਡਰੈਸ ਦੇ ਥਰੂ ਅਸੈਸੀਬਲ ਹੁੰਦੇ ਆ। ਠੀਕ ਹੈ ਨਾ, ਹੁਣ ਜਿਹੜੇ IP ਐਡਰੈਸ ਹੈ, ਜਿਹੜਾ ਬੇਸਿਕ ਹੈ ਆਪਾਂ ਕਹਿੰਦੇ ਆ ਵੀ ਇਹ ਵਰਜ਼ਨ 4 ਤੇ ਵਰਜ਼ਨ 6 ਹੈ। ਵਰਜ਼ਨ 4 ਜਿਹੜਾ ਹੈ ਉਹ 32 ਬਿਟ ਦਾ ਹੈ, ਵਰਜ਼ਨ 6 ਜਿਹੜਾ 128 ਬਿਟ ਦਾ ਹੈ। ਲਾਈਕ ਅਗਰ ਆਪਾਂ ਇੰਟਰਨੈਟ ਤੋਂ ਦੇਖੀਏ, ਇੰਟਰਨੈਟ ਦੀ ਸਟਾਰਟਿੰਗ ਜੋ ਡਿਫੈਂਸ ਪਰਪਸ ਲਈ ਹੋਈ ਸੀ। ਠੀਕ ਹੈ ਨਾ, ARPANET ਜਿਹੜੇ ਡਿਫੈਂਸ ਪਰਪਸ ਲਈ ਇੱਕ ਛੋਟਾ ਜਿਹਾ ਨੈਟਵਰਕ ਬਣਾਇਆ ਸੀ USA ਨੇ, ਜਿਸ ਦੇ ਨਾਲ ਉਹਨੇ ਥੋੜੇ ਕੰਪਿਊਟਰ ਜੋੜੇ। ਠੀਕ ਹੈ ਨਾ, ਹੌਲੀ ਹੌਲੀ ਉਸ ਦੇ ਨਾਲ ਯੂਨੀਵਰਸਿਟੀਜ਼ ਜੁੜਦੀਆਂ ਗਈਆਂ, ਹੋਰ ਕੰਟਰੀਜ਼ ਦੇ ਸਿਸਟਮ ਜੁੜਦੇ ਗਏ, ਸਰਵਰਸ ਜੁੜਦੇ ਗਏ, ਜੋ ਅੱਜ ਕੀ ਬਣ ਗਿਆ, ਆਪਣਾ ਇੰਟਰਨੈਟ ਬਣ ਗਿਆ। ਜੋ ਸਟਾਰਟਿੰਗ ਸੀ, ਸਟਾਰਟਿੰਗ ਦੇ ਵਿੱਚੋਂ ਐਜ਼ ਅ ਡਿਫੈਂਸ ਦੇ ਲਈ ਇੱਕ ਛੋਟਾ ਜਿਹਾ ਨੈਟਵਰਕ ਤੋਂ ਸ਼ੁਰੂਆਤ ਹੋਈ ਸੀ ਆਪਣੀ ਇੰਟਰਨੈਟ ਦੀ। ਜਦੋਂ ਸਟਾਰਟਿੰਗ ਸੀ ਉਦੋਂ ਸੋਚਿਆ ਨਹੀਂ ਗਿਆ ਹੋਣਾ ਸ਼ਾਇਦ ਵੀ ਇੰਟਰਨੈਟ ਇੰਨਾ ਪਪੂਲਰ ਹੋਊਗਾ। ਇਸ ਕਾਰਨ ਜਿਹੜਾ ਉਹਨਾਂ ਦਾ IP ਐਡਰੈਸ ਹੈ ਉਹ ਕੀ ਕਰਤਾ, ਉਹਨਾਂ ਨੇ 32 ਬਿਟ ਦਾ ਬਣਾਤਾ ਹੈ, 32 ਬਿਟ ਦਾ। ਪਰ ਜਿਵੇਂ ਜਿਵੇਂ ਟਾਈਮ ਵੱਧਦਾ ਗਿਆ, ਇਹ ਵੈਬਸਾਈਟਸ ਇੰਨੀਆਂ ਜਲਦੀ ਨਾਲ ਇਨਕਰੀਜ਼ ਹੋ ਰਹੀਆਂ, ਨੰਬਰ ਆਫ ਵੈਬਸਾਈਟਸ, ਵੀ ਸਾਨੂੰ ਉਹ ਜਿਹੜੇ 32 ਬਿਟ ਹੈ ਐਵੇਂ ਲੱਗ ਰਿਹਾ ਵੀ ਘੱਟ ਹੈ। ਤੋ ਇਸ ਕਰਕੇ ਜਿਹੜਾ ਇੰਟਰਨੈਟ ਵਰਜ਼ਨ IP ਐਡਰੈਸ ਵਰਜ਼ਨ 6 ਹੈ ਆਪਣਾ, ਉਹ ਕਿੰਨਾ 128 ਬਿਟ ਦਾ ਹੈ। ਠੀਕ ਹੈ ਨਾ, ਕਿਉਂਕਿ ਹੁਣ ਆਪਾਂ ਕਹਿੰਦੇ ਹਾਂ ਵੀ ਸਾਡੇ ਜਿਹੜੇ ਕੋਈ ਪਹਿਲਾਂ ਤਾਂ ਇਕੱਲੇ ਕੰਪਿਊਟਰ ਤੱਕ ਸੀਮਿਤ ਸੀ, ਹੁਣ ਤਾਂ ਆਪਣੇ ਜਿੰਨੇ ਵੀ ਮੋਬਾਈਲਸ ਹੋ ਗਏ, ਈਵਨ ਜਿਹੜੇ ਆਪਣੇ ਇਲੈਕਟ੍ਰੋਨਿਕ ਡਿਵਾਈਸਿਸ ਹੋ ਗਈਆਂ, TV ਹੋ ਗਏ, ਈਵਨ ਪੱਖੇ ਟਿਊਬਾਂ ਵੀ ਆਪਾਂ ਇੰਟਰਨੈਟ ਨਾਲ ਕਨੈਕਟ ਕਰਕੇ ਕੰਟਰੋਲ ਕਰਦੇ ਹਾਂ। ਦਿਸ ਮੀਨਸ ਹਰੇਕ ਦਾ ਇੱਕ ਆਪਣਾ IP ਐਡਰੈਸ ਹੋਣਾ ਚਾਹੀਦਾ, ਤਾਂ ਹੀ ਉਹ ਚੱਲਣਗੇ, ਤਾਂ ਹੀ ਉਹ ਅਸੈਸੀਬਲ ਹੋਣਗੇ। ਸੋ 32 ਦੀ ਜਗ੍ਹਾ ਹੁਣ ਜਿਹੜੇ ਵਰਜ਼ਨ 6 ਦੇ ਵਿੱਚੋਂ 128 ਬਿਟ ਦੇ ਆਪਣਾ IP ਐਡਰੈਸ ਕਰਤਾ। ਇਸ ਨੂੰ ਆਪਾਂ ਉਵੇਂ ਕੰਪੇਅਰ ਕਰ ਸਕਦੇ ਹਾਂ ਜਿਵੇਂ ਆਪਣਾ ਮੋਬਾਈਲ ਨੰਬਰ 10 ਡਿਜਿਟਸ ਦਾ। ਠੀਕ ਹੈ ਨਾ, 10 ਡਿਜਿਟਸ ਦੀ ਹੁਣ ਕੁਝ ਲਿਮਿਟ ਹੀ ਹੈ ਵੀ 10 ਡਿਜਿਟਸ 'ਚ ਮੈਕਸਿਮਮ ਕਿੰਨੇ ਕੁ ਨੰਬਰ ਆ ਜਾਣਗੇ। ਸਪੋਜ਼ ਮੋਬਾਈਲ ਨੰਬਰ ਹੋ ਹੀ ਇੰਨੇ ਗਏ ਵੀ 10 ਡਿਜਿਟਸ 'ਚ ਪੂਰੇ ਨਾ, ਤਾਂ ਆਪਣੇ ਸਾਨੂੰ ਕੀ ਕਰਨਾ ਪਊਗਾ, 10 ਦੀ ਜਗ੍ਹਾ 11 ਜਾਂ 12 ਡਿਜਿਟਸ ਦਾ ਮੋਬਾਈਲ ਨੰਬਰ ਰੱਖਣਾ ਪਊਗਾ। ਠੀਕ ਹੈ ਨਾ, ਸੇਮ ਉਹੀ ਚੀਜ਼ ਆਪਣੀ ਨੈਟਵਰਕ ਦੇ ਨਾਲ ਹੋਈ ਹੈ। 32 ਬਿਟਸ ਘੱਟ ਗਏ ਤਾਂ ਉਹਨਾਂ ਨੇ ਕੀ ਕੀਤਾ, 32 ਦੀ ਜਗ੍ਹਾ ਤੇ ਹੁਣ ਕੀ ਕੀਤਾ, ਉਹਨਾਂ ਨੇ 128 ਬਿਟ ਦਾ ਆਪਣਾ ਜਿਹੜਾ IP ਐਡਰੈਸ ਉਹ ਕੀਤਾ ਆਪਣਾ ਵਰਜ਼ਨ 6 ਦੇ ਵਿੱਚ। ਇੰਟਰਨੈਟ ਦੇ ਮੇਨ ਐਡਵਾਂਟੇजेस ਸੋਸ਼ਲ ਨੈਟਵਰਕਿੰਗ ਹੈ, ਆਪਾਂ ਐਜੂਕੇਸ਼ਨ 'ਚ ਯੂਜ਼ ਕਰ ਸਕਦੇ ਹਾਂ, ਇੰਟਰਨੈਟ 'ਚ ਯੂਜ਼ ਕਰ ਸਕਦੇ ਹੈ। ਠੀਕ ਹੈ ਨਾ, ਤੇ ਆਨਲਾਈਨ ਸਰਵਿਸਿਜ਼ ਹੈ, ਬੈਂਕਿੰਗ ਸਰਵਿਸ ਹੋ ਸਕਦੀ ਹੈ। ਠੀਕ ਹੈ ਨਾ, ਟੀਚਿੰਗ ਦੇ ਵਿੱਚ ਹੋ ਸਕਦਾ ਹੈ। ਅੱਜ ਕੱਲ੍ਹ ਜਿਵੇਂ ਹੁਣ ਆਪਣੀ ਆਨਲਾਈਨ ਟੀਚਿੰਗ ਵੀ ਇਸ ਦੇ ਨਾਲ ਹੋ ਰਹੀ ਹੈ। ਇੰਟਰਨੈਟ ਦੇ ਵਿੱਚ ਜੋ ਵੀ ਆਪਾਂ ਦੇਖ ਰਹੇ ਹਾਂ, ਲਾਈਕ ਕੋਈ ਇਨਫੋਰਮੇਸ਼ਨ ਸ਼ੇਅਰਿੰਗ ਹੈ, ਈਵਨ ਐਪਲੀਕੇਸ਼ਨ ਸ਼ੇਅਰਿੰਗ ਹੈ, ਹਾਰਡਵੇਅਰ ਸ਼ੇਅਰਿੰਗ ਹੈ। ਠੀਕ ਹੈ ਨਾ, ਕਲਾਊਡ ਤੇ ਆਪਾਂ ਹੁਣ ਗੂਗਲ ਦੇ ਵਿੱਚ ਨੈਟ ਤੇ ਹੀ ਆਪਣਾ ਡੇਟਾ ਸਟੋਰ ਹੈ ਸਾਰਾ, ਮਤਲਬ ਸਾਰਾ ਕੁਝ ਆਪਣਾ ਨੈਟ ਤੇ ਜੋ ਹੈ ਉਹਦੇ ਥਰੂ ਆਪਾਂ ਅਸੈਸ ਕਰ ਸਕਦੇ ਹਾਂ। ਠੀਕ ਹੈ ਨਾ, ਉਹ ਕੀ ਉਹਦੀਆਂ ਮੇਜਰ ਐਡਵਾਂਟੇजेस ਹੈ। ਸਿਮਿਲਰਲੀ ਕੁਝ ਡਿਸਐਡਵਾਂਟੇजेस ਹੈ ਜੋ ਮੇਨਲੀ ਡੀਲ ਕਰਦੀਆਂ ਆਪਣੀਆਂ ਸਾਈਬਰ ਕ੍ਰਾਈਮ ਤੇ ਆਪਣੀ ਥ੍ਰੈਟਸ ਦੇ ਨਾਲ, ਜਿਹਦੇ ਵਿੱਚ ਸਾਨੂੰ ਮੇਨ ਡਰ ਹੁੰਦਾ ਵੀ ਸਾਡੀ ਇਨਫੋਰਮੇਸ਼ਨ ਚੋਰੀ ਹੋ ਸਕਦੀ ਹੈ, ਜੋ ਬਿਲਕੁਲ ਹੋ ਵੀ ਸਕਦੀ ਹੈ। ਠੀਕ ਹੈ ਨਾ, ਵੀ ਸਾਡੀ ਇਨਫੋਰਮੇਸ਼ਨ ਲੀਕ ਹੋ ਸਕਦੀ ਹੈ, ਜੋ ਆਪਾਂ ਗੱਲ ਕਰ ਰਹੇ ਹਾਂ, ਜੋ ਆਪਾਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ, ਉਹ ਦੂਸਰਾ ਪਰਸਨ ਉਸਨੂੰ ਹੈਕ ਕਰ ਸਕਦਾ ਹੈ ਕਿਸੇ ਵੀ ਤਰੀਕੇ ਨਾਲ। ਜਿੰਨੇ ਵੀ ਵੈਸੇ ਤਾਂ ਜਿਹੜੇ ਆਪਣੀ ਇਨਕ੍ਰਿਪਸ਼ਨ, ਡਿਕ੍ਰਿਪਸ਼ਨ, ਕ੍ਰਿਪਟੋਗ੍ਰਾਫੀ ਬਹੁਤ ਮੈਥਡ ਬਣੇ ਹੋਏ ਹੈ ਵੀ ਆਪਾਂ ਉਸਨੂੰ ਸੇਵ ਰੱਖ ਸਕਦੇ ਹਾਂ ਇਨਫੋਰਮੇਸ਼ਨ, ਬਟ ਫਿਰ ਵੀ ਕਿਤੇ ਨਾ ਕਿਤੇ ਡਰ ਹੁੰਦਾ ਹੀ ਹੈ ਵੀ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਹ ਜਿਹੜੀ ਹੈ ਪਬਲਿਕ ਡੋਮੇਨ ਤੇ ਪੈ ਸਕਦੀ ਹੈ। ਠੀਕ ਹੈ ਨਾ, ਕਿਉਂਕਿ ਇਹ ਪਬਲਿਕ ਨੈਟਵਰਕ ਹੈ ਤਾਂ ਹੋ ਸਕਦਾ ਸਾਡੀ ਇਨਫੋਰਮੇਸ਼ਨ ਕਿਤੇ ਚੋਰੀ ਹੋ ਸਕੇ। ਠੀਕ ਹੈ ਨਾ, ਵਾਇਰਸ ਦੇ ਅਟੈਕਸ ਹੋ ਸਕਦੇ ਹੈ, ਸਪੈਮਿੰਗ ਹੋ ਸਕਦੀ ਹੈ, ਬੈਂਕਿੰਗ ਦੇ ਵਿੱਚ ਸਾਡੇ ਫਰਾਡ ਆਪਾਂ ਨੂੰ ਨਜ਼ਰ ਆਉਂਦੇ ਆ। ਠੀਕ ਹੈ ਨਾ, ਇਹ ਇੰਟਰਨੈਟ ਦੀਆਂ ਜੋ ਮੇਜਰ ਡਿਸਐਡਵਾਂਟੇजेस ਦੇ ਵਿੱਚ ਆਉਂਦੇ। ਜੋ IP ਐਡਰੈਸ ਹੈ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਜਿੰਨੇ ਵੀ ਕੰਪਿਊਟਰ ਹੈ ਆਪਣੇ, ਉਹਨਾਂ ਸਾਰਿਆਂ ਦਾ ਕੀ ਹੋਣਾ ਚਾਹੀਦਾ, ਇੱਕ ਯੂਨੀਕ ਐਡਰੈਸ ਹੋਣਾ ਚਾਹੀਦਾ ਹੈ
ਜਿਸ ਨੂੰ ਆਪਾਂ ਕੀ ਬੋਲਦੇ ਆ IP ਐਡਰੈਸ, ਇੰਟਰਨੈਟ ਪ੍ਰੋਟੋਕੋਲ ਐਡਰੈਸ। ਦੋ ਮੇਨ ਵਰਜ਼ਨਸ ਹੈ, ਵਰਜ਼ਨ 4 ਤੇ ਵਰਜ਼ਨ 6। ਜਿਹੜਾ ਵਰਜ਼ਨ 4 ਹੈ ਉਹ 32 ਬਿਟ ਦਾ ਹੈ, ਵਰਜ਼ਨ 6 ਜਿਹੜਾ ਆਪਣਾ 128 ਬਿਟ ਦਾ ਹੈ। ਜਿਹੜਾ ਵਰਜ਼ਨ ਆਪਣਾ 4 ਹੈ 32 ਬਿਟ ਮਤਲਬ 2⁻32। ਇੰਨੇ ਕੰਪਿਊਟਰਸ ਨੂੰ ਜਾਂ ਇੰਨੇ ਹੋਸਟਸ ਨੂੰ ਆਪਾਂ ਕੀ ਕਰ ਸਕਦੇ ਹਾਂ, ਐਡਰੈਸਿੰਗ ਦੇ ਸਕਦੇ ਹਾਂ। ਉਸ ਨੂੰ ਆਪਾਂ ਬੇਸਿਕਲੀ 4 ਪਾਰਟਸ 'ਚ ਡਿਵਾਈਡ ਕਰ ਦਿੰਦੇ ਹਾਂ ਕੇਵਲ ਯਾਦ ਰੱਖਣ ਦੇ ਲਈ, ਠੀਕ ਹੈ ਨਾ। ਜਿਵੇਂ ਕੋਈ ਪਹਿਲਾ ਇੱਕ ਆਪਣਾ ਆਕਟਲ 8 ਦਾ ਕਰ ਲਿਆ, ਆਕਟੇਨ ਦਾ 8 ਬਿਟਸ ਇੱਥੇ, ਫਿਰ 8 ਬਿਟਸ, ਦੈਨ 8 ਬਿਟਸ, ਦੈਨ 8 ਬਿਟਸ, ਲਾਈਕ ਇਸ ਦਾ 128, 11, 3, 31। ਇਹ ਕੀ ਹੋ ਗਿਆ ਉਸਦਾ IP ਐਡਰੈਸ। ਇਸ ਨੂੰ ਡੈਸੀਮਲ ਫਾਰਮ 'ਚ ਵੀ ਲਿਖ ਸਕਦੇ ਹਾਂ ਤੇ ਇਸ ਨੂੰ ਆਪਾਂ ਹੈਕਸਾਡੈਸੀਮਲ ਫਾਰਮ 'ਚ ਵੀ ਲਿਖ ਸਕਦੇ ਹਾਂ ਕੇਵਲ ਸਮਝਣ ਦੇ ਲਈ। ਜਿਹੜਾ ਹੈਕਸਾਡੈਸੀਮਲ ਹੈ ਉਹ ਆਪਾਂ 0x ਨਾਲ ਸਟਾਰਟ ਕਰਦੇ ਹਾਂ ਮੋਸਟਲੀ। ਜਿਹੜਾ ਆਪਣੇ ਜੋ ਯਾਦ ਰੱਖਣ ਲਈ ਆਪਾਂ ਬੇਸਿਕਲੀ ਡੈਸੀਮਲ ਨੋਟੇਸ਼ਨ ਉਸਦੀਆਂ ਯਾਦ ਰੱਖ ਸਕਦੇ ਹਾਂ, ਕਿਉਂਕਿ ਬਿਟਸ ਯਾਦ ਰੱਖਣੇ ਮੁਸ਼ਕਿਲ ਹੈ ਤਾਂ ਬਿਟਸ ਤੋਂ ਕੀ ਬਣ ਗਏ ਸਾਡੇ ਡੈਸੀਮਲ ਬਣ ਗਏ। ਹੁਣ ਡੈਸੀਮਲ ਯਾਦ ਰੱਖਣਾ ਵੀ ਔਖਾ ਹੈ ਤਾਂ ਡੈਸੀਮਲ ਤੋਂ ਕੀ ਬਣ ਗਿਆ ਸਾਡਾ ਵੈਬਸਾਈਟ ਦਾ ਨੇਮ ਬਣ ਗਿਆ। ਜਿਵੇਂ ਕੋਈ ਵੀ ਵੈਬਸਾਈਟ ਹੈ, ਸਪੋਜ਼ ਆਪਾਂ ਕਹੀਏ ਪੰਜਾਬੀ university.ac.in, cscpup.ac.in, ਇਹ ਤਾਂ ਉਹਨਾਂ ਦਾ ਨੇਮ ਹੈ। ਇਹਨਾਂ ਦੇ ਬੈਕ ਤੇ ਕੀ ਚੱਲਦਾ, ਉਹਦਾ ਇੱਕ IP ਐਡਰੈਸ ਹੋਊਗਾ ਉਸ ਵੈਬਸਾਈਟ ਦਾ, ਠੀਕ ਹੈ ਨਾ, ਜੋ ਜਿਸ ਦੇ ਥਰੂ ਉਹ ਲਿੰਕਡ ਹੁੰਦਾ, ਮੈਪ ਹੁੰਦਾ ਹੈ ਆਪਣਾ। ਇਹ ਸੇਮ ਉਹੀ ਚੀਜ਼ ਹੀ ਹੈ ਜਿਵੇਂ ਆਪਾਂ ਮੋਬਾਈਲ ਦੇ ਵਿੱਚ ਆਪਾਂ ਪਰਸਨ ਦਾ ਨੰਬਰ ਨਹੀਂ ਲਿਖਦੇ, ਨਾਲ ਉਹਦਾ ਨੇਮ ਸੇਵ ਕਰਦੇ ਆ। ਨੇਮ ਸੇਵ ਕਰਨ ਦਾ ਮੋਟਿਵ ਕੀ ਹੁੰਦਾ ਵੀ ਸਾਨੂੰ ਈਜ਼ੀਲੀ ਯਾਦ ਰਹਿ ਜਾਂਦਾ ਉਹ ਨੇਮ, ਠੀਕ ਹੈ ਨਾ। ਵੀ ਨੰਬਰ ਯਾਦ ਰੱਖਣਾ ਬੰਦੇ ਦਾ ਔਖਾ ਹੈ ਤਾਂ ਆਪਾਂ ਕੀ ਉਹਦਾ ਨਾਮ ਯਾਦ ਰੱਖ ਲੈਂਦੇ ਹਾਂ। ਇਸੇ ਤਰੀਕੇ ਜਿਹੜੇ ਆਪਣੇ ਇਹ ਹੈ IP ਐਡਰੈਸ ਹੈ, ਇਹ ਯਾਦ ਰੱਖਣੇ ਮੁਸ਼ਕਿਲ ਹੈ ਥੋੜੇ ਜਿਹੇ, ਇਸ ਕਰਕੇ ਆਪਾਂ ਉਹਨੂੰ ਕੀ ਕਰਦੇ ਆ, ਉਹਨੂੰ ਨੇਮ ਦੇ ਦਿੰਦੇ ਆ। google.com ਹੋ ਗਿਆ, ਠੀਕ ਹੈ ਨਾ, yahoo.com ਹੋ ਗਿਆ, web.whatsapp.com ਹੋ ਗਿਆ। ਬਸ ਐਕਚੁਅਲੀ ਅਸੀਂ ਲਿਖਦੇ ਹਾਂ ਆਪਣਾ ਵੈਬਸਾਈਟ ਦਾ ਨੇਮ, ਜੋ ਬਰਾਊਜ਼ਰ ਹੈ ਉਹ ਵੈਬਸਾਈਟ ਉਹਦੇ ਨੇਮ ਦੇ ਅਕੋਰਡਿੰਗ ਕੀ ਸਰਚ ਕਰਦਾ, ਉਹਦਾ IP ਐਡਰੈਸ। ਜਿਵੇਂ ਮੋਬਾਈਲ ਦੇ ਵਿੱਚ ਆਪਾਂ ਕਲਿੱਕ ਕਰ ਦਿੰਦੇ ਹਾਂ ਰਾਹੁਲ ਦੇ ਨੇਮ ਤੇ ਕਲਿੱਕ ਕਰਕੇ ਡਾਇਲ ਕਰਦੇ ਹਾਂ, ਅਸੀਂ ਰਾਹੁਲ ਦੇ ਨੇਮ ਤੇ ਕਲਿੱਕ ਕੀਤਾ, ਬਟ ਮੋਬਾਈਲ ਨੇ ਰਾਹੁਲ ਦੇ ਨਾਲ ਜਿਹੜਾ ਨੰਬਰ ਸੇਵ ਹੈ ਉਸਨੇ ਉਹ ਨੰਬਰ ਦੇ ਅਕੋਰਡਿੰਗ ਚੱਲਿਆ, ਠੀਕ ਹੈ ਨਾ। ਉਹ ਬੇਸਿਕਲੀ ਕੀ IP ਐਡਰੈਸ ਹੈ। ਜਿਹੜੇ IP ਐਡਰੈਸ ਹੈ ਉਸ ਨੂੰ ਆਪਾਂ ਕੁਝ ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਅਕੋਰਡਿੰਗ ਟੂ ਦਾ ਸਾਈਜ਼ ਆਫ ਦਾ ਨੈਟਵਰਕ, ਕਿ ਨੈਟਵਰਕ ਦਾ ਸਾਈਜ਼ ਕਿੰਨਾ ਹੈ। ਜਿਵੇਂ ਕਲਾਸ A, B, C, D ਐਂਡ E। ਜਿਹੜੀ D ਤੇ E ਕਲਾਸ ਹੈ ਉਹ ਮਲਟੀਕਾਸਟ ਤੇ ਐਕਸਪੈਰੀਮੈਂਟਲ ਪਰਪਸ ਲਈ ਰਿਜ਼ਰਵ ਰੱਖੇ ਗਏ ਹੈ। ਜੋ ਨੈਟਵਰਕਸ ਹੈ ਉਹ A, B ਤੇ C ਕਲਾਸ ਦੇ ਵਿੱਚ ਆਪਾਂ ਮੋਸਟਲੀ ਯੂਜ਼ ਕਰਦੇ ਹਾਂ। ਮਤਲਬ ਜਿਹੜਾ 32 ਬਿਟ ਹੈ ਉਹਨੂੰ ਅਸੀਂ ਦੋ ਪਾਰਟਸ 'ਚ ਡਿਵਾਈਡ ਕਰਤਾ। ਇੱਕ ਰੱਖਤਾ ਉਹਦਾ ਨੈਟਵਰਕ ID, ਇੱਕ ਰੱਖਤਾ ਆਪਾਂ ਉਹਦਾ ਹੋਸਟ ID। ਜਿਵੇਂ ਸਪੋਜ਼ ਜਿਵੇਂ ਆਪਾਂ ਕਹੀਏ ਕਲਾਸ A, ਉਹਦੇ ਜਿਹੜਾ ਪਹਿਲਾ ਬਾਈਟ ਹੈ ਉਹ ਨੈਟਵਰਕ ID ਦਾ ਹੈ, ਅਗਲੇ 3 ਬਾਈਟ ਕਿਹਦੇ ਹੈ, ਹੋਸਟ ID ਦੇ। ਕਲਾਸ B ਦੇ ਵਿੱਚ ਪਹਿਲੇ 2 ਬਾਈਟ ਨੈਟਵਰਕ ID ਦੇ, ਅਗਲੇ 2 ਬਾਈਟ ਹੋਸਟ ID ਦੇ। ਦੈਨ ਸਿਮਿਲਰਲੀ ਕਲਾਸ C ਦੇ ਵਿੱਚ 3 ਬਾਈਟ ਨੈਟਵਰਕ ID ਦੇ ਤੇ 4th ਬਾਈਟ ਕਿਹਦਾ, ਹੋਸਟ ID ਦਾ। ਇਹਨਾਂ ਫਰਕ ਕੀ ਪੈਂਦਾ ਹੈ, ਜੇ ਸਾਨੂੰ ਨੈਟਵਰਕਸ ਜ਼ਿਆਦਾ ਚਾਹੀਦੇ ਹੈ ਫਿਰ ਤਾਂ ਆਪਾਂ ਕਲਾਸ C ਦੇ ਵਿੱਚ ਜਾਵਾਂਗੇ। ਜੇ ਸਾਨੂੰ ਹੋਸਟ IDs ਜ਼ਿਆਦਾ ਚਾਹੀਦੀ ਹੈ ਫਿਰ ਆਪਾਂ ਕਲਾਸ A ਦੇ ਵਿੱਚ ਜਾਵਾਂਗੇ, ਠੀਕ ਹੈ ਨਾ। ਉਹ ਡਿਪੈਂਡ ਕਰਦਾ ਰਿਕੁਆਇਰਮੈਂਟ ਦੇ ਅਕੋਰਡਿੰਗ ਵੀ ਨੰਬਰ ਆਫ ਹੋਸਟ ਜ਼ਿਆਦਾ ਚਾਹੀਦੀ ਹੈ ਕਿ ਨੰਬਰ ਆਫ ਸਾਡੇ ਨੈਟਵਰਕਸ ਜ਼ਿਆਦਾ ਚਾਹੀਦੇ ਹੈ, ਠੀਕ ਹੈ ਨਾ। ਸਿਮਿਲਰਲੀ ਜਿਵੇਂ ਆਪਾਂ ਗੱਲ ਕੀਤੀ ਕਲਾਸ A ਹੈ, ਸਟਾਰਟਿੰਗ ਬਿਟ ਕੀ ਹੁੰਦਾ ਕਲਾਸ A ਦਾ, 0 ਤੋਂ ਸਟਾਰਟ ਹੁੰਦੇ ਹੈ। 7 ਬਿਟ ਜਿਹੜੇ ਬਚੇ ਉਹ ਨੈਟਵਰਕ ਦੇ ਲਈ ਹੋਣਗੇ, ਲਾਸਟ 24 ਬਿਟ ਕਿਹਦੇ ਲਈ ਹੋਣਗੇ, ਹੋਸਟ ਦੇ ਲਈ ਹੋਣਗੇ। ਇਹ 7 ਬਿਟ ਦਾ ਮਤਲਬ ਕੀ ਹੋ ਗਿਆ, 2⁻7 ਜੋ 128 ਬਣਦਾ ਹੈ। ਪਰ ਉਸ ਦੇ ਵਿੱਚ ਕੀ ਹੈ, ਜਿਹੜਾ ਫਸਟ ਹੈ 000 ਤੇ ਲਾਸਟ ਜਿਹੜਾ ਬਿਟ ਹੈ ਉਹ ਰਿਜ਼ਰਵ ਰੱਖੇ ਜਾਂਦੇ ਆ, ਠੀਕ ਹੈ ਨਾ, ਨੈਟਵਰਕ ID ਦੇ ਲਈ। ਤਾਂ ਯੂਜ਼ੇਬਲ ਕਿੰਨੇ ਹੁੰਦੇ ਆਪਣੇ 126। ਸਿਮਿਲਰਲੀ ਹੋਸਟ ਦੇ ਲਈ 2⁻24 -2, ਇੱਕ ਪਹਿਲਾ ਤੇ ਇੱਕ ਲਾਸਟ ਰਿਜ਼ਰਵ ਰੱਖ ਕੇ ਇੰਨੇ ਆਪਣੇ ID ਕਿਹਦੇ ਲਈ ਅਵੇਲੇਬਲ ਹੁੰਦੇ ਆਪਣੇ ਹੋਸਟ ID ਲਈ। ਸਿਮਿਲਰਲੀ ਕਲਾਸ B ਦੇ ਵਿੱਚ 2⁻14 ਦੇ ਨਾਲ ਚੱਲਦਾ ਹੈ। ਪਹਿਲੇ 2 ਬਿਟ ਆਪਣੇ 1 ਤੇ 0 ਹੁੰਦਾ ਹੈ, ਠੀਕ ਹੈ ਨਾ, ਜਦੋਂ ਕਲਾਸ B ਦਾ ਐਡਰੈਸ ਹੈ ਜਿਹੜਾ, ਤੇ ਹੋਸਟ ID ਆਪਣੇ 2⁻16। ਸਿਮਿਲਰਲੀ ਕਲਾਸ C ਦੇ ਵਿੱਚ ਜਿਹੜੇ ਪਹਿਲੇ 3 ਬਿਟ ਹੈ ਉਹ 110 ਹੋਊਗਾ, ਤੇ ਜਿਹੜੇ ਨੈਟਵਰਕ ਦੇ ਲਈ ਸਾਨੂੰ ਕਿੰਨੇ ਬਣਦੇ ਆ 21 ਬਿਟਸ, ਤੇ ਹੋਸਟ ਦੇ ਲਈ ਸਾਡੇ 8 ਬਿਟਸ, ਠੀਕ ਹੈ ਨਾ। ਸਿਮਿਲਰਲੀ ਕਲਾਸ D ਐਂਡ ਕਲਾਸ E ਹੁੰਦੇ ਆਪਣੇ। ਕੁਛ ਆਪਣੇ ਕੋਲ ਬੇਸਿਕ ਟਰਮਸ ਹੈ, ਇਹ ਨੈਟਵਰਕ ਦੇ ਵਿੱਚ ਤੁਸੀਂ ਡਿਟੇਲ 'ਚ ਪੜ੍ਹੋਗੇ। ਇਹ ਆਪਾਂ ਕੇਵਲ ਇਹਦੇ ਬੇਸਿਕਸ ਹੀ ਦੇਖ ਰਹੇ ਹਾਂ ਥੋੜਾ ਜਿਹਾ। ISP
इंटरनेट सर्विस प्रोवाइडर। इंटरनेट सर्विस प्रोवाइडर की ਉਹ ਕੰਪਨੀ ਹੈ ਜਿਹੜੀ ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰਦੀ ਹੈ ਵੀ ਅਸੀਂ ਇੰਟਰਨੈਟ ਨਾਲ ਜੁੜ ਸਕੀਏ। ਸਿੰਪਲ ਆਪਾਂ ਐਗਜ਼ਾਮਪਲ ਕਹਿੰਦੇ BSNL ਹੈ, ਠੀਕ ਹੈ ਨਾ, ਆਪਾਂ Jio ਯੂਜ਼ ਕਰਦੇ ਹਾਂ, ਵੋਡਾਫੋਨ ਹੋ ਗਿਆ, ਏਅਰਟੈਲ ਹੋ ਗਿਆ, ਇਹ ਸਾਰੇ ਕੀ ਆਪਣੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ। ਕਨੈਕਟ ਹੋ ਗਿਆ, ਠੀਕ ਹੈ ਨਾ, ਫਾਸਟਵੇ ਹੋ ਗਿਆ, ਇਹ ਸਾਰੇ ਕੀ ਆਪਣੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੈ, ISP ਹੈ, ਜਿਹੜੇ ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰਦੇ ਆ ਵੀ ਅਸੀਂ ਇੰਟਰਨੈਟ ਨਾਲ ਜੁੜ ਸਕੀਏ। ਹੁਣ ਉਹਦੇ ਨਾਲ ਜੁੜਨ ਦੇ ਕਿਹੜੇ ਵੇ ਹੋ ਸਕਦੇ ਆ? ਆਪਾਂ ਮੋਸਟਲੀ ਜਿਹੜਾ ਦੇਖਦੇ ਜਿਵੇਂ ਹੌਟਸਪੌਟ, ਅੱਜ ਕੱਲ੍ਹ ਆਪਾਂ ਇੱਕ ਮੋਬਾਈਲ ਤੇ ਨੈਟ ਚੱਲਦਾ, ਮੋਬਾਈਲ ਤੋਂ ਅਸੀਂ ਦੂਸਰੇ ਮੋਬਾਈਲ ਨੂੰ ਜੋੜਨਾ ਹੈ, ਆਪਾਂ ਕੀ ਕਰ ਸਕਦੇ ਹਾਂ? ਹੌਟਸਪੌਟ ਲਗਾ ਸਕਦੇ ਹਾਂ। ਪਹਿਲਾਂ ਆਪਣਾ ਡਾਇਲ ਅਪ ਬਹੁਤ ਚੱਲਦਾ ਸੀ, ਜਦੋਂ ਲੈਂਡਲਾਈਨ ਫੋਨ ਹੁੰਦਾ ਸੀ ਡਾਇਲ ਅਪ ਦੇ ਨਾਲ ਆਪਾਂ ਕਨੈਕਟ ਕਰਦੇ ਸੀ। ਸਿਮਿਲਰਲੀ ਵਾਇਰਲੈਸ ਹੈ, ਬਰੋਡਬੈਂਡ ਯੂਜ਼ ਕਰਦੇ ਹਾਂ, ਕੇਬਲਸ ਦੇ ਥਰੂ ਹੈ, ਜਿੱਥੇ ਕੁਝ ਕੇਬਲਸ ਨਹੀਂ ਪਹੁੰਚ ਸਕਦੀਆਂ ਉੱਥੇ ਆਪਣੇ ਸੈਟੇਲਾਈਟ ਦੇ ਥਰੂ ਆਪਾਂ ਯੂਜ਼ ਕਰ ਸਕਦੇ ਹਾਂ। ਨੈਟਵਰਕ ਨੂੰ ਆਪਾਂ ਕੀ ਕਰ ਸਕਦੇ ਹਾਂ? ਅਸੈਸ ਕਰ ਸਕਦੇ ਹਾਂ ਇੰਟਰਨੈਟ ਨੂੰ। ਮੀਨਸ ISP ਕੀ ਹੈ? ਉਹ ਕੰਪਨੀ ਜਿਹੜੀ ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰਦੀ ਹੈ ਇੰਟਰਨੈਟ ਦੀ। ਤੇ ਇਹ ਕੀ ਹੈ? ਵਾਇਰਲੈਸ, ਮੋਬਾਈਲ, ਹੌਟਸਪੌਟ, ਡਾਇਲ ਅਪ, ਬਰੋਡਬੈਂਡ, DSL, ਕੇਬਲ ਐਕਸੈਟਰਾ, ਇਹ ਕੀ ਹੈ? ਉਹਦੇ ਵੇ ਹੈ ਵੀ ਕਿਵੇਂ ਅਸੀਂ ਇੰਟਰਨੈਟ ਦੇ ਨਾਲ ਜੁੜ ਸਕਦੇ ਹਾਂ, ਮਤਲਬ ਇੰਟਰਨੈਟ ਨੂੰ ਕਨੈਕਟ ਕਰਨ ਦੇ ਕਿਹੜੇ ਮੈਥਡ ਹੋ ਸਕਦੇ ਆ। WWW ਵਰਲਡ ਵਾਈਡ ਵੈਬ, ਜੋ ਵਰਲਡ ਵਾਈਡ ਵੈਬ ਹੈ ਬੇਸਿਕਲੀ ਇਹ ਇੱਕ ਮੇਨ ਕਾਰਨ ਹੈ ਇੰਟਰਨੈਟ ਦੀ ਪਪੂਲੈਰਿਟੀ ਦਾ। ਹੁਣ ਇੰਟਰਨੈਟ ਤਾਂ ਇੱਕ ਫਿਜ਼ੀਕਲ ਟਰਮ ਹੈ, ਜਿਵੇਂ ਆਪਾਂ ਕਹਿੰਦੇ ਦਾ ਇੰਟਰਨੈਟ ਇਜ਼ ਦਾ ਫਿਜ਼ੀਕਲ ਨੈਟਵਰਕ ਆਫ ਕੰਪਿਊਟਰ ਆਲ ਓਵਰ ਦਾ ਵਰਲਡ। ਇੰਟਰਨੈਟ ਕੀ ਹੈ? ਉਹ ਫਿਜ਼ੀਕਲ ਟਰਮ ਹੈ ਵੀ ਆਪਣੇ ਕੰਪਿਊਟਰ ਆਪਸ 'ਚ ਜੁੜੇ ਹੋਏ ਹੈ। ਤੇ ਜਿਹੜਾ ਵਰਲਡ ਵਾਈਡ ਵੈਬ ਹੈ ਇਹ ਕੀ ਹੈ? ਵਰਚੁਅਲ ਨੈਟਵਰਕ ਹੈ, ਵੈਬਸਾਈਟਸ ਹੈ ਜਿਹੜੀਆਂ ਉਹਦੇ ਅੰਦਰ ਵੈਬਸਾਈਟਸ ਚੱਲ ਰਹੀਆਂ ਜਿਹਦੇ ਵਿੱਚ ਲਿੰਕਸ ਬਣੇ ਹੋਏ ਆ। ਜਿਵੇਂ ਆਪਾਂ ਗੱਲ ਕੀਤੀ ਜਦੋਂ ਸਟਾਰਟਿੰਗ ਹੋਈ ਸੀ ਇੰਟਰਨੈਟ ਦੀ, ਠੀਕ ਹੈ ਨਾ, ਉਦੋਂ ਆਪਣਾ ਥੋੜੇ ਪਰਪਸ ਲਈ ਬਣਿਆ ਹੋਇਆ ਸੀ ਇਹ, ਮਤਲਬ ਉਹਨਾਂ ਦਾ ਕੁਛ ਪਾਰਟਿਕੂਲਰ ਲਿਮਿਟ ਸੀ ਉਹਦੀਆਂ ਵੀ ਇਹ ਇੰਨਾ ਕੁ ਕੰਮ ਹੀ ਕਰ ਸਕਦਾ ਹੈ, ਵੀ ਇਹਦੇ ਇੰਨਾ ਕੁ ਪਰਪਸ ਹੀ ਹੈ। ਬਟ ਉਹਦੇ ਨਾਲ ਕੀ ਹੋਇਆ? ਉਹ ਸਾਡੇ ਆਮ ਪਬਲਿਕ ਦੇ ਵਿੱਚ ਪਪੂਲਰ ਨਹੀਂ ਹੋ ਸਕਿਆ। ਜਦੋਂ ਲਿੰਕਸ ਕ੍ਰੀਏਟ ਹੋ ਗਏ ਉਸ ਦੇ ਵਿੱਚ, ਜਿਹਦੇ ਨਾਲ ਕੀ ਹੋ ਗਈਆਂ? ਇਮੇਜਸ ਆ ਗਏ, ਉਹਦੇ ਵਿੱਚ ਹਾਈਪਰ ਲਿੰਕਸ ਆ ਗਏ, ਵੀਡੀਓਜ਼ ਆ ਗਏ, ਗ੍ਰਾਫਿਕਸ ਆ ਗਏ। ਉਹਦੇ ਨਾਲ ਆਮ ਜਿਹੜੇ ਪਬਲਿਕ ਸੀ ਉਹਨਾਂ ਨੂੰ ਵੀ ਉਸ ਦੀ ਅਹਿਮੀਅਤ ਜਾਂ ਉਹਨੂੰ ਕਰਿਓਸਿਟੀ ਜਾਗੀ ਵੀ ਅਸੀਂ ਵੀ ਯੂਜ਼ ਕਰੀਏ, ਠੀਕ ਹੈ ਨਾ। ਵਰਲਡ ਵਾਈਡ ਵੈਬ ਉਹ ਮੇਨ ਕਾਰਨ ਹੈ ਜਿਹਦੇ ਕਰਕੇ ਆਪਣਾ ਇੰਟਰਨੈਟ ਕੀ ਹੈ ਇੰਨਾ ਪਪੂਲਰ ਹੋਇਆ। ਵਰਲਡ ਵਾਈਡ ਵੈਬ ਦੇ ਨਾਲ ਕੀ ਹੋ ਗਿਆ? ਉਹ ਪਪੂਲਰ ਹੋ ਗਿਆ, ਠੀਕ ਹੈ ਨਾ। ਵੈਬਸਾਈਟ ਕੀ ਹੈ? ਬੇਸਿਕਲੀ ਵੈਬਸਾਈਟਸ ਜਿਸ ਦੇ ਵਿੱਚ ਆਪਣੀ ਇਨਫੋਰਮੇਸ਼ਨ ਹੈ ਜਿਹਨਾਂ ਨੂੰ ਆਪਾਂ ਅਸੈਸ ਕਰਦੇ ਹਾਂ ਇੰਟਰਨੈਟ ਦੇ ਥਰੂ। ਸੋ ਵੈਬ ਬਰਾਊਜ਼ਰ ਸੌਫਟਵੇਅਰ ਹੈ ਜਿਸ ਤੇ ਉੱਪਰ ਆਪਾਂ ਇੰਟਰਨੈਟ ਚਲਾਉਂਦੇ ਹਾਂ। ਬੇਸਿਕਲੀ ਕੀ ਹੈ? ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਇਹ ਕੰਪਾਈਲਰ ਇੰਟਰਪ੍ਰੀਟਰ ਹੈ ਜੋ ਸਕ੍ਰਿਪਟਿੰਗ ਲੈਂਗੁਏਜਸ 'ਚ ਜੋ ਪੇਜਿਸ ਆ ਰਹੇ ਆ ਉਹਦੀ ਸਾਨੂੰ ਆਊਟਪੁੱਟ ਦਿਖਾ ਰਿਹਾ ਸਾਡੀ ਸਕਰੀਨ ਤੇ, ਠੀਕ ਹੈ ਨਾ। ਲਾਈਕ ਆਪਾਂ ਮੇਨਲੀ ਜਿਵੇਂ ਆਪਾਂ ਕਹਿੰਦੇ ਗੂਗਲ ਕਰੋਮ ਹੋ ਗਿਆ, ਫਾਇਰਫੌਕਸ ਹੋ ਗਿਆ, ਇੰਟਰਨੈਟ ਐਕਸਪਲੋਰਰ ਹੋ ਗਿਆ, ਇਹ ਸਾਡੇ ਕੀ ਹੈ? ਸਾਡੇ ਬਰਾਊਜ਼ਰ ਹੈ। ਇਹਨਾਂ ਦੀ ਹੈਲਪ ਦੇ ਨਾਲ ਆਪਾਂ ਸਾਡੇ ਕੰਪਿਊਟਰ ਤੇ ਇੰਟਰਨੈਟ ਚਲਾ ਸਕਦੇ ਹਾਂ ਜਾਂ ਦੇਖ ਸਕਦੇ ਹਾਂ, ਠੀਕ ਹੈ ਨਾ। ਇਹ ਸਾਨੂੰ ਲਿੰਕ ਕਰਦੇ ਆ ਇੰਟਰਨੈਟ ਦੇ ਨਾਲ, ਠੀਕ ਹੈ ਨਾ, ਜਾਂ ਆਪਾਂ ਕਹਿੰਦੇ ਵਰਲਡ ਵਾਈਡ ਵੈਬ ਦੇ ਨਾਲ। ਸਾਡਾ ਕੰਪਿਊਟਰ ਵਰਲਡ ਵਾਈਡ ਵੈਬ ਨੂੰ ਕਿਵੇਂ ਚਲਾਉਂਦਾ? ਵਿਦ ਦੀ ਹੈਲਪ ਆਫ ਵੈਬ ਬਰਾਊਜ਼ਰ। ਵੈਬ ਬਰਾਊਜ਼ਰ 'ਚ ਇੰਟਰਨੈਟ ਕਿੱਥੋਂ ਆਉਂਦਾ ਹੈ? ਮੀਡੀਆ ਜਿਹੜੇ ਆਪਣੀ ਕਨੈਕਸ਼ਨਸ ਦੇ ਨਾਲ, ਕਨੈਕਸ਼ਨ ਕੌਣ ਪ੍ਰੋਵਾਈਡ ਕਰਦਾ? ਸਾਡਾ ਇੰਟਰਨੈਟ ਸਰਵਿਸ ਪ੍ਰੋਵਾਈਡਰ। ਦੈਨ ਆਉਂਦੇ ਸਾਡੇ ਵੈਬ ਸਰਵਰ। ਵੈਬ ਸਰਵਰ ਕੀ ਹੈ? ਉਹ ਕੰਪਿਊਟਰ ਜਿਹੜੇ ਸਾਨੂੰ ਇਹ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹੈ, ਜਿਵੇਂ google.com ਹੈ, yahoo.com ਹੈ, ਠੀਕ ਹੈ ਨਾ। ਇਹ ਸਾਰੇ ਕੀ ਹੈ? ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹੈ ਇੰਟਰਨੈਟ ਨੂੰ ਯੂਜ਼ ਕਰਨ ਦੀ। ਇੰਟਰਨੈਟ ਨੂੰ ਯੂਜ਼ ਕਰਨ ਦੀ ਨਹੀਂ, ਮਤਲਬ ਕਿ ਇੰਟਰਨੈਟ ਹੀ ਇਹਨਾਂ ਦਾ ਬਣਿਆ ਹੋਇਆ ਵੈਬ ਸਰਵਰਸ ਦੀ ਹੈਲਪ ਦੇ ਨਾਲ। ਜਿਵੇਂ ਆਪਾਂ ਕਹਿੰਦੇ ਵੀ ਆਪਾਂ ਕੋਈ ਇਨਫੋਰਮੇਸ਼ਨ ਲੈਣੀ ਹੈ, ਜਿਵੇਂ ਸਪੋਜ਼ ਮੈਂ ਇਸ ਦੇ ਵਿੱਚ ਥੋੜੀ ਜਿਹੀ ਤੁਹਾਨੂੰ ਲਿਖੀ ਹੋਈ ਹੈ ਕੁਝ ਵੈਬਸਾਈਟਸ ਦੇ ਨੇਮ ਜਿਸ ਤੋਂ ਆਪਾਂ ਨੋਟਸ ਇਹ ਹੈਲਪ ਲੈ ਰਹੇ ਹਾਂ। ਜਿਵੇਂ javapoint.com, ਠੀਕ ਹੈ, ਇਹ ਇੱਕ ਵੈਬਸਾਈਟ ਹੈ, ਇੱਕ ਇਹਨਾਂ ਦਾ ਸਰਵਰ ਹੈ, ਵੈਬ ਸਰਵਰ ਹੈ ਜਿਹਦੇ ਉੱਤੇ ਇਹ ਵੈਬਸਾਈਟ ਹੋਸਟ ਹੋਈ ਪਈ ਹੈ। ਉਹ ਵੈਬਸਾਈਟ ਆਪਾਂ ਯੂਜ਼ ਕਰ ਰਹੇ ਹਾਂ। ਟਿਊਟੋਰੀਅਲ ਪੁਆਇੰਟਸ ਹੋ ਗਿਆ, ਠੀਕ ਹੈ ਨਾ। ਇਹ ਸਾਰੇ ਕੀ ਇੱਕ ਆਪਣੀ ਵੈਬਸਾਈਟਸ ਹੈ ਜਿਸ ਕੰਪਿਊਟਰ ਤੇ ਆਪਾਂ ਸਮਝਣ ਦੇ ਲਈ ਇੰਝ ਕਹਿ ਸਕਦੇ ਹਾਂ ਵੀ ਜਿਸ ਕੰਪਿਊਟਰ ਤੇ ਸਾਡੇ ਇਹ ਵੈਬਸਾਈਟਸ ਪਈਆਂ ਉਹ ਕੀ ਹੈ? ਸਾਡੇ ਵੈਬ ਸਰਵਰ ਹੈ। ਆਪਣਾ ਕੰਪਿਊਟਰ
ਪਹਿਲਾਂ ਵੈਬ ਸਰਵਰ ਨਾਲ ਕਨੈਕਟ ਹੁੰਦਾ ਹੈ, ਫਿਰ ਅਸੀਂ ਉਹਨੂੰ ਰਿਕੁਐਸਟ ਕਹਿੰਦੇ ਆ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ, ਵੀ ਵੈਬ ਸਰਵਰ ਸਾਨੂੰ ਫਿਰ ਉਹ ਚੀਜ਼ ਭੇਜਦਾ ਹੈ, ਠੀਕ ਹੈ ਨਾ। ਫਿਰ ਉਹ ਸਾਡੇ ਵੈਬ ਬਰਾਊਜ਼ਰ ਤੇ ਉਹ ਨਜ਼ਰ ਆਉਂਦੀ ਹੈ। ਜਿਹੜਾ ਵੀ ਬੇਸਿਕਲੀ ਇੰਟਰਨੈਟ ਦੇ ਨਾਲ ਜਿਹੜੇ ਕਨੈਕਸ਼ਨ ਹੈ ਬੇਸਿਕਲੀ ਕਨੈਕਸ਼ਨ ਲੈਸ ਦੇ ਵਿੱਚ ਚੱਲਦੇ ਹੈ। ਮੀਨਸ ਆਪਣਾ ਕਨੈਕਸ਼ਨ ਬਣਿਆ, ਇਨਫੋਰਮੇਸ਼ਨ ਆਈ, ਫਿਰ ਕਨੈਕਸ਼ਨ ਟੁੱਟ ਗਿਆ। ਜਦੋਂ ਪੇਜ ਤੇ ਅਸੀਂ ਲਿੰਕ ਬਣਿਆ ਹੋਇਆ, ਜਦੋਂ ਲਿੰਕ ਤੇ ਕਲਿੱਕ ਕੀਤਾ ਫਿਰ ਸਾਡੀ ਰਿਕੁਐਸਟ ਵੈਬ ਸਰਵਰ ਕੋਲ ਗਈ, ਉਸ ਵੈਬ ਸਰਵਰ ਨੇ ਵੈਬਸਾਈਟ ਦੇ ਅਕੋਰਡਿੰਗ ਜਿਹੜਾ ਪੇਜ ਅਸੀਂ ਰਿਕੁਐਸਟ ਕੀਤਾ ਉਹ ਸਾਨੂੰ ਸੈਂਡ ਕੀਤਾ, ਫਿਰ ਕਨੈਕਸ਼ਨ ਡਿਸਕਨੈਕਟ ਹੁੰਦਾ ਹੈ, ਠੀਕ ਹੈ ਨਾ। ਮਤਲਬ ਵੈਬ ਸਰਵਰ ਕੀ ਹੈ, ਉਹ ਚੀਜ਼ ਹੈ ਜਿੱਥੇ ਸਾਡੀ ਨਹੀਂ, ਮਤਲਬ ਜਿੱਥੇ ਉਹ ਇਨਫੋਰਮੇਸ਼ਨ ਸਟੋਰ ਹੈ ਜਿਹੜੀ ਅਸੀਂ ਦੇਖ ਰਹੇ ਹਾਂ। ਵੈਬ ਸਰਵਰ ਸਟੋਰਸ ਐਂਡ ਡਿਲੀਵਰ ਦਾ ਕੰਟੈਂਟ ਫॉर ਅ ਵੈਬਸਾਈਟ ਸੱਚ ਐਜ਼ ਟੈਕਸਟ, ਇਮੇजेस, ਵੀਡੀਓਜ਼, ਕੁਝ ਵੀ ਹੋ ਸਕਦੇ ਹੈ ਜਿਹੜੇ ਉਸ ਤੇ ਪਏ ਹੈ। URL ਯੂਨੀਫਾਰਮ ਰਿਸੋਰਸ ਲੋਕੇਟਰ, ਇਹ ਕੀ ਹੈ ਬੇਸਿਕਲੀ ਹਰੇਕ ਜਿੰਨੇ ਵੀ ਪੇਜਿਸ ਹੈ, ਜਿੰਨੀਆਂ ਵੀ ਇਮੇजेस ਹੈ, ਜਿੰਨੇ ਵੀ ਵੀਡੀਓਜ਼ ਹੈ, ਜਿੰਨੇ ਵੀ ਆਡੀਓਜ਼ ਹੈ, ਉਹਨਾਂ ਸਾਰਿਆਂ ਦਾ ਇੱਕ ਪਾਰਟਿਕੂਲਰ ਕੋਈ ਐਡਰੈਸ ਹੈ। ਐਡਰੈਸ ਮਤਲਬ ਆਪਾਂ ਪਾਥ ਕਹਿ ਦਿੰਦੇ ਹਾਂ। ਜਿਹੜਾ ਪਾਥ ਹੈ ਉਹ URL ਹੈ। ਜਿਵੇਂ ਸਪੋਜ਼ ਆਪਾਂ ਸਮਝਣ ਦੇ ਲਈ ਅੱਜ ਦੇਖ ਸਕਦੇ ਹਾਂ ਵੀ ਸਾਡੇ ਕੰਪਿਊਟਰ ਦੇ ਵਿੱਚ ਆਪਾਂ ਕਹਿ ਰਹੇ ਹਾਂ ਮਾਈ ਪੀਸੀ ਚ ਗਏ, ਠੀਕ ਹੈ ਨਾ। ਹੁਣ ਆਪਾਂ ਮੰਨ ਕੇ ਜਿਹੜੀ ਭੇਜਣੀ ਹੈ ਐਪਲੀਕੇਸ਼ਨ ਭੇਜਣੀ ਹੈ, ਮਾਈ ਪੀਸੀ ਦੇ ਵਿੱਚ ਆਪਾਂ ਕਹਿੰਦੇ ਈ ਡਰਾਈਵ ਹੈ, ਈ ਡਰਾਈਵ ਦੇ ਵਿੱਚ ਕੋਈ ਬੁੱਕਸ ਫੋਲਡਰ ਹੈ, ਬੁੱਕਸ ਦੇ ਵਿੱਚ ਕੋਈ ਪਾਰਟਿਕੂਲਰ ਇਸ ਜਗ੍ਹਾ ਤੇ ਹਿੰਦੀ ਦੀ ਕੋਈ ਫਾਈਲ ਦੇਖਣੀ ਹੈ, ਠੀਕ ਹੈ ਨਾ। ਹੁਣ ਇਹ ਫਾਈਲ ਹੈ ਇੱਕ ਪਈ, ਇਹ ਉਸਦਾ ਪਾਥ ਹੈ ਜਿਹੜਾ ਉੱਪਰ ਨਜ਼ਰ ਆ ਰਿਹਾ ਵੀ ਬੁੱਕਸ ਦੇ ਵਿੱਚ ਪ੍ਰਥਮ ਹਿੰਦੀ, ਠੀਕ ਹੈ ਨਾ, ਦੈਨ ਹਿੰਦੀ ਦਾ ਫੋਲਡਰ, ਦੈਨ ਉਸ ਦੇ ਵਿੱਚ ਉਹਦਾ ਪਾਰਟਿਕੂਲਰ ਚੈਪਟਰ। ਹੁਣ ਇਸ ਫਾਈਲ ਦਾ ਇੱਕ ਪਾਰਟਿਕੂਲਰ ਪਾਥ ਹੈ, ਜਿਹੜਾ ਉਹ ਪਾਥ ਇੰਟਰਨੈਟ ਤੇ ਹੋਊਗਾ ਉਹਨਾਂ ਨੂੰ ਆਪਾਂ ਬੋਲਦੇ ਹਾਂ URL। ਵੀ ਹਰੇਕ ਵੈਬ ਸਰਵਰ ਤੇ ਜਿਹੜੀ ਸਾਡੀ ਵੈਬਸਾਈਟ ਪਈ ਹੈ ਉਹਦੇ ਵਿੱਚ ਕੋਈ ਇਮੇਜ ਹੈ, ਉਸ ਇਮੇਜ ਦਾ ਕੋਈ ਐਡਰੈਸ ਹੋਊਗਾ ਵੀ ਉਹ ਇਮੇਜ ਕਿਸ ਪਾਥ ਤੇ ਪਈ ਹੈ, ਉਹਨੂੰ ਆਪਾਂ ਬੋਲਦੇ ਹਾਂ URL, ਯੂਨੀਫਾਰਮ ਰਿਸੋਰਸ ਲੋਕੇਟਰ। ਦੈਨ ਇੱਕ ਆਪਣੀ ਛੋਟੀ ਜਿਹੀ ਟਰਮ ਆਉਂਦੀ ਹੈ DNS, ਡੋਮੇਨ ਨੇਮ ਸਿਸਟਮ। ਇਹ ਬੇਸਿਕਲੀ ਕੀ ਇੱਕ ਡਾਇਰੈਕਟਰੀ ਸਰਵਿਸ ਹੈ ਜਿਹੜਾ ਕੀ ਕਰਦੀ ਹੈ, ਮੈਪਿੰਗ ਕਰਦੀ ਹੈ ਨੇਮ ਤੇ ਨੂਮੈਰੀਕਲ ਐਡਰੈਸਿਸ ਦੀ। ਜਿਵੇਂ ਆਪਾਂ ਐਗਜ਼ਾਮਪਲ ਲਈ ਸੀ ਵੀ ਜਿਹੜਾ ਮੋਬਾਈਲ ਹੈ ਉਹ ਸਾਡੇ ਕੰਟੈਕਟ ਨੇਮ ਤੇ ਉਹਦੇ ਨੰਬਰ ਦੀ ਵਿੱਚ ਮੈਪਿੰਗ ਕਰਦਾ ਹੈ। ਆਪਾਂ ਰਾਹੁਲ ਤੇ ਕਲਿੱਕ ਕੀਤਾ, ਮੋਬਾਈਲ ਨੇ ਸਾਡਾ ਰਾਹੁਲ ਦੇ ਅਕੋਰਡਿੰਗ ਜਿਹੜਾ ਨੰਬਰ ਸੇਵ ਹੈ ਉਸ ਨੰਬਰ ਤੇ ਕਲਿੱਕ ਕਰਕੇ ਡਾਇਲ ਕੀਤਾ ਹੈ। ਸਿਮਿਲਰਲੀ ਜਿਹੜਾ DNS ਹੈ ਉਹ ਸਰਵਿਸ ਪ੍ਰੋਵਾਈਡ ਕਰਦਾ ਵੀ ਕਿਹੜੇ IP ਐਡਰੈਸ ਤੇ ਕਿਹੜੀ ਸਾਡੀ ਵੈਬਸਾਈਟ ਪਈ ਹੈ। ਜਿਵੇਂ ਆਪਾਂ ਐਗਜ਼ਾਮਪਲ ਲਈ ajosoft.com ਦਾ IP ਐਡਰੈਸ ਕੀ ਹੈ, ਇਹ ਪਾਰਟਿਕੂਲਰ IP ਐਡਰੈਸ ਹੈ ਉਸਦਾ, ਠੀਕ ਹੈ ਨਾ। ਵੀ ਆਪਾਂ ਨੂੰ IP ਐਡਰੈਸ ਯਾਦ ਰੱਖਣੇ ਮੁਸ਼ਕਿਲ ਹੈ। DNS ਦੀ ਹੈਲਪ ਦੇ ਨਾਲ ਜਿਹੜੇ IP ਐਡਰੈਸ ਹੈ ਉਸ ਨੂੰ ਇੱਕ ਪਾਰਟਿਕੂਲਰ ਨੇਮ ਦੇ ਨਾਲ ਆਪਾਂ ਮੈਪ ਕਰਤਾ ਹੈ। ਜਿਵੇਂ ਹੁਣ ਆਪਾਂ ਕਹੀਏ punjabiuniversity.ac.in, ਸਾਨੂੰ ਯਾਦ ਰੱਖਣਾ ਸੌਖਾ, CSEPUP.ac.in ਯਾਦ ਰੱਖਣਾ ਈਜ਼ੀ ਹੈ। google.com, yahoo.com, ਠੀਕ ਹੈ ਨਾ, whatsapp.com, web.whatsapp.com, ਇਹ ਵੈਬਸਾਈਟਸ ਦੇ ਨੇਮ ਯਾਦ ਰੱਖਣੇ ਥੋੜੇ ਈਜ਼ੀ ਐਜ਼ ਕੰਪੇਅਰ ਟੂ ਜੇ ਸਾਨੂੰ ਉਹਨਾਂ ਦੇ IP ਐਡਰੈਸਿਸ ਯਾਦ ਰੱਖਣੇ, ਠੀਕ ਹੈ ਨਾ। DNS is a TCP/IP protocol used on different platforms, ਠੀਕ ਹੈ ਨਾ। ਜਿਹੜੇ ਡੋਮੇਨ ਨੇਮ ਹੈ ਉਹ ਫਰਦਰ ਆਪਣੇ ਕੰਟਰੀ ਲੈਵਲ ਹੋ ਸਕਦੇ ਹੈ, ਠੀਕ ਹੈ ਨਾ, ਜੈਨਰਿਕ ਡੋਮੇਨ ਹੋ ਸਕਦੇ ਹੈ, ਇਨਵਰਸ ਡੋਮੇਨ ਹੋ ਸਕਦੇ ਹੈ, ਪਲੱਸ ਉਹਨਾਂ ਦੀ ਵਰਕਿੰਗ ਦੇ ਅਕੋਰਡਿੰਗ ਉਹਨਾਂ ਦੇ ਡੋਮੇਨ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ ਵੀ ਕਮਰਸ਼ੀਅਲ ਕੁਝ ਡੋਮੇਨਸ ਹੈ, ਕੁਝ ਗਵਰਨਮੈਂਟ ਦੇ ਹੈ, ਕੁਝ ਐਜੂਕੇਸ਼ਨ ਦੇ ਹੈ, ਠੀਕ ਹੈ ਨਾ। ਉਵੇਂ com, edu, gov, ਫਿਰ ਕੰਟਰੀ ਲੈਵਲ ਤੇ .in, .uk, .us ਐਵੇਂ ਡੋਮੇਨਸ ਬਣ ਸਕਦੇ ਹੈ। ਦੈਨ ਆਪਣੇ ਕੋਲ ਆਉਂਦੀਆਂ ਵੈਬ ਐਪਲੀਕੇਸ਼ਨਸ। ਵੈਬ ਐਪਲੀਕੇਸ਼ਨਸ ਜਿਹੜੀਆਂ ਵੈਬ ਸਰਵਰ ਤੇ ਹੁੰਦੀਆਂ ਆਪਣੀਆਂ, ਜੋ ਮੇਨਲੀ ਕੀ ਹੈ ਆਪਣੇ, ਜਿਵੇਂ ਆਪਾਂ ਕਹਿੰਦੇ ASP.NET, PHP, JSP, Python ਵਗੈਰਾ ਇਹਨਾਂ ਦੇ ਵਿੱਚ ਕ੍ਰੀਏਟ ਕੀਤੀਆਂ ਜਾ ਸਕਦੀਆਂ, ਠੀਕ ਹੈ ਨਾ। ਦੈਨ ਵੈਬ ਐਪਲੀਕੇਸ਼ਨਸ ਨੂੰ ਕ੍ਰੀਏਟ ਕਰਨ ਦੇ ਲਈ ਕੁਝ ਟੂਲਸ ਵੀ ਹੋ ਸਕਦੇ ਆ। ਕਿਹੜੇ ਟੂਲਸ ਹੋ ਸਕਦੇ ਆ ਉਹ ਆਪਾਂ ਨੈਕਸਟ ਕਲਾਸ ਕਿਤੇ ਡਿਟੇਲ 'ਚ ਕਰਾਂਗੇ, ਠੀਕ ਹੈ। ਮੈਂ ਇਸ ਜੋ ਇਹ ਆਪਣਾ ਨੋਟਸ ਹੈ ਇਸ ਦੀ ਮੈਂ PDF ਬਣਾ ਕੇ ਤੁਹਾਨੂੰ ਸੈਂਡ ਕਰਤੀ ਤੁਹਾਡੇ WhatsApp ਤੇ, ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਆ, ਠੀਕ ਹੈ ਨਾ। ਤੇ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਇੱਕ ਵਾਰ ਆਪ